ਹੈਲੋ ਸਟੂਡੈਂਟ, ਮੈਂ ਦਲਬੀਰ ਸਿੰਘ ਭੰਗੂ ਫਰੋਮ ਭੰਗੂ ਸੈਨਿਕ ਕੋਚਿੰਗ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਪੋਜਿਟ ਸਾਈਡ ਤੋਂ। ਮੈਂ ਤੁਹਾਡਾ ਆਪਣੇ ਪਲੇਟਫਾਰਮ ਭੰਗੂ ਸੈਨਿਕ ਕੋਚਿੰਗ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਵਾਗਤ ਕਰਦਾ ਹਾਂ। ਅੱਜ ਦਾ ਟੋਪਿਕ ਆਪਣਾ ਜੀ ਪਰਮਾਣੂ। ਠੀਕ ਹੈ ਜੀ, ਪਰਮਾਣੂ ਨਿਊਕਲੀਅਰ, ਇਹਦੇ ਬਾਰੇ ਪੜ੍ਹਦੇ ਹਾਂ ਆਪਾਂ ਜੀ। ਪਰਮਾਣੂ, ਠੀਕ ਹੈ ਜੀ, ਪਰਮਾਣੂ ਬਾਰੇ ਪੜ੍ਹਦੇ ਹਾਂ ਆਪਾਂ ਜੀ। ਸਭ ਤੋਂ ਪਹਿਲਾਂ ਪਰਮਾਣੂ ਦਾ ਸਟਰਕਚਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪਰਮਾਣੂ ਦਾ ਸਟਰਕਚਰ ਦੇਖੋ ਮੈਂ ਬਣਾਇਆ ਜੀ, ਠੀਕ ਹੈ ਜੀ, ਚਾਰਟ ਦੇ ਰਾਹੀਂ ਤੁਹਾਨੂੰ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਜਿਹੜਾ ਪਰਮਾਣੂ ਦੇ ਬਿਲਕੁਲ ਸੈਂਟਰ ਦੇ ਵਿੱਚ ਕੇਂਦਰ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਉਹਦੇ ਵਿੱਚ ਪ੍ਰੋਟੋਨ ਪਲੱਸ ਨਿਊਟਰੋਨ ਹੁੰਦੇ ਨੇ। ਠੀਕ ਹੈ ਜੀ, ਪ੍ਰੋਟੋਨ ਪਲੱਸ ਨਿਊਟਰੋਨ ਹੁੰਦੇ ਨੇ। ਆਹ ਲਿਖਿਆ ਜੀ ਸਪੈਸ਼ਲ, ਸੈਂਟਰ ਦੇ ਵਿੱਚ ਪ੍ਰੋਟੋਨ ਪਲੱਸ ਨਿਊਟਰੋਨ ਹੁੰਦੇ ਨੇ। ਇਹਦੇ ਆਲੇ ਦੁਆਲੇ ਕੀ ਹੁੰਦਾ ਜੀ, ਐਵੇਂ ਹੁੰਦਾ ਹੈ, ਅਤੇ ਆਲੇ ਦੁਆਲੇ ਇਲੈਕਟ੍ਰੋਨ ਹੁੰਦੇ ਨੇ। ਇਹਦੇ ਵਿੱਚ ਆਲੇ ਦੁਆਲੇ ਕੀ ਹੁੰਦੇ ਨੇ, ਇਲੈਕਟ੍ਰੋਨ ਗਤੀ ਕਰ ਰਹੇ ਹਨ, ਘੁੰਮ ਰਹੀਆਂ ਚੀਜ਼ਾਂ ਕੀ ਹੁੰਦੇ ਨੇ, ਇਲੈਕਟ੍ਰੋਨਸ ਹੁੰਦੇ ਨੇ। ਠੀਕ ਹੈ ਜੀ, ਇਹ ਇਲੈਕਟ੍ਰੋਨ ਨੇ ਜਿਹੜੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਹਨ। ਬਹੁਤ ਵਾਰੀ ਕੁਐਸਚਨ ਆਉਂਦਾ ਹੈ ਪਰਮਾਣੂ ਦੇ ਕੇਂਦਰ ਕੀ ਹੁੰਦਾ, ਨਾਭਿਕ। ਪਰਮਾਣੂ ਦੇ ਨਾਭਿਕ ਵਿੱਚ ਕੀ ਹੈ, ਪਰਮਾਣੂ ਦੇ ਨਾਭਿਕ ਕੇਂਦਰ ਵਿੱਚ ਨਿਊਟਰੋਨ ਅਤੇ ਪ੍ਰੋਟੋਨ ਹੈ। ਠੀਕ ਹੈ ਜੀ, ਨਿਊਟਰੋਨ ਅਤੇ ਪ੍ਰੋਟੋਨ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ, ਜਿਹੜੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਹਨ ਉਹ ਕੀ ਹੁੰਦੇ ਨੇ, ਇਲੈਕਟ੍ਰੋਨ। ਅਤੇ ਇਹਨਾਂ ਦੇ ਚਾਰਜ ਤੁਹਾਨੂੰ ਬਿਲਕੁਲ ਯਾਦ ਹੋਣਾ ਚਾਹੀਦਾ ਵੀ ਕਿਹੜਾ ਚਾਰਜ ਕਿਸ 'ਤੇ ਹੁੰਦਾ ਜੀ, ਕਿਹੜਾ ਚਾਰਜ ਕਿਸ 'ਤੇ ਹੁੰਦਾ। ਹੁਣ ਜਿਹੜਾ ਇਲੈਕਟ੍ਰੋਨ ਆ ਦੇਖੋ ਮੈਂ ਲਿਖਿਆ ਨਾ, ਲਿਖਿਆ, ਦਾ ਮਤਲਬ ਹੁੰਦਾ ਇਲੈਕਟ੍ਰੋਨ। ਸਟੈਂਡ ਕਿਹਨੂੰ ਕਰ ਰਿਹਾ ਜੀ, ਇਲੈਕਟ੍ਰੋਨ ਨੂੰ ਸਟੈਂਡ ਕਰ ਰਿਹਾ ਜੀ। ਇਲੈਕਟ੍ਰੋਨ 'ਤੇ ਹਮੇਸ਼ਾ ਹੀ ਮਾਈਨਸ ਚਾਰਜ ਹੁੰਦਾ ਹੈ। ਇਲੈਕਟ੍ਰੋਨ 'ਤੇ ਹਮੇਸ਼ਾ ਕਿਹੜਾ ਚਾਰਜ ਹੁੰਦਾ, ਮਾਈਨਸ ਹੁੰਦਾ ਹੈ। ਜਿਹੜਾ ਪ੍ਰੋਟੋਨ ਹੈ, ਪੀ ਤੋਂ ਕੀ ਬਣਦਾ, ਪ੍ਰੋਟੋਨ 'ਤੇ ਹਮੇਸ਼ਾ ਹੀ ਪੋਜ਼ੀਟਿਵ ਚਾਰਜ ਹੁੰਦਾ ਹੈ। ਯਾਦ ਕਿਵੇਂ ਰਹੂਗਾ ਜੀ, ਪੀ ਤੋਂ ਪ੍ਰੋਟੋਨ, ਪੀ ਤੋਂ ਪੋਜ਼ੀਟਿਵ, ਪੀ ਦਾ ਸੰਬੰਧ ਕਿਹਦੇ ਨਾਲ ਹੈ ਜੀ, ਪੀ ਨਾਲ। ਠੀਕ ਹੈ ਜੀ, ਐਨ ਅੱਗੇ ਰਹਿ ਗਿਆ ਨਿਊਟਰੋਨ, ਮਤਲਬ ਕੀ ਰਹਿ ਗਿਆ, ਨਿਊਟਰੋਨ 'ਤੇ ਹੈ 9 ਚਾਰਜ, ਐਨ ਤੋਂ ਨਿਊਟਰੋਨ, ਐਨ ਤੋਂ 9 ਚਾਰਜ। ਠੀਕ ਹੈ ਜੀ, ਤਾਂ ਨਿਊਟਰੋਨ 'ਤੇ ਕਿਹੜਾ ਚਾਰਜ ਹੈ ਜੀ, ਕੋਈ ਚਾਰਜ ਨਹੀਂ ਹੁੰਦਾ ਨਿਊਟਰੋਨ 'ਤੇ। ਕਲੀਅਰ ਹੈ ਜੀ, ਪ੍ਰੋਟੋਨ 'ਤੇ ਪੋਜ਼ੀਟਿਵ ਚਾਰਜ ਹੈ, ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ ਹੈ, ਅਤੇ ਨਿਊਟਰੋਨ 'ਤੇ 9 ਚਾਰਜ ਹੈ। ਠੀਕ ਹੈ ਜੀ, ਤਾਂ ਇਹ ਚੀਜ਼ ਹੈ ਜੀ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ ਜੀ। ਇਹ ਸਟਰਕਚਰ ਹੈ, ਇਹਦੇ ਆਲੇ ਦੁਆਲੇ ਕੀ ਹੈ ਜੀ, ਇਲੈਕਟ੍ਰੋਨਸ ਘੁੰਮ ਰਹੇ ਨੇ, ਐਵੇਂ ਘੁੰਮ ਰਹੇ ਨੇ। ਠੀਕ ਹੈ ਜੀ, ਤਾਂ ਯਾਦ ਰੱਖਿਓ, ਆਹ ਲਿਖੇ ਨੇ ਸਾਰੇ ਜੀ, ਇਹਨਾਂ ਦੇ ਚਾਰਜਸ ਲਿਖੇ ਨੇ। ਪਰਮਾਣੂ ਦੀ ਖੋਜ ਕਿਸ ਨੇ ਕੀਤੀ, ਪਰਮਾਣੂ ਦੀ ਖੋਜ ਜੋਹਨ ਡਾਲਟਨ ਨੇ ਕੀਤੀ ਸੀਗੀ। ਠੀਕ ਹੈ ਜੀ, ਪਰਮਾਣੂ ਦੀ ਖੋਜ ਹੈ ਜਿਹੜੀ ਉਹ ਜੋਹਨ ਡਾਲਟਨ ਨੇ ਕੀਤੀ ਸੀਗੀ। ਹੁਣ ਖੋਜ ਤਾਂ ਜੋਹਨ ਡਾਲਟਨ ਨੇ ਕਰਤੀ ਸੀਗੀ, ਪਰ ਕੀ ਸੀਗਾ, ਪਰਮਾਣੂ ਦੀ ਸੰਰਚਨਾ ਦੀ ਖੋਜ ਕਿਸ ਨੇ ਕੀਤੀ, ਮਤਲਬ ਕਿ ਪਰਮਾਣੂ ਬਾਰੇ ਕਿਸ ਨੇ ਦੁਨੀਆ ਨੂੰ ਦੱਸਿਆ। ਪਰਮਾਣੂ ਬਾਰੇ ਰਦਰਫੋਰਡ ਅਤੇ ਬੋਹਰ ਨੇ ਦੁਨੀਆ ਨੂੰ ਦੱਸਿਆ ਸੀਗਾ। ਰਦਰਫੋਰਡ ਅਤੇ ਬੋਹਰ ਨੇ ਦੱਸਿਆ ਸੀਗਾ, ਪਰ ਸਭ ਤੋਂ ਪਹਿਲਾਂ ਰਦਰਫੋਰਡ ਨੇ ਦੱਸਿਆ ਸੀਗਾ। ਰਦਰਫੋਰਡ ਦੁਨੀਆ ਨੂੰ ਇੰਨੇ ਵਧੀਆ ਤਰੀਕੇ ਨਾਲ ਨਹੀਂ ਦੱਸ ਪਾਇਆ ਜਿੰਨੇ ਤਰੀਕੇ ਨਾਲ ਬੋਹਰ ਨੇ ਦੱਸਿਆ ਸੀਗਾ। ਤਾਂ ਜਿਹੜਾ ਕਾਮਯਾਬ ਮਾਡਲ ਸੀਗਾ ਪਰਮਾਣੂ ਦਾ ਉਹ ਸੀਗਾ ਬੋਹਰਸ ਮਾਡਲ। ਠੀਕ ਹੈ, ਬੋਹਰਸ ਮਾਡਲ ਸੀਗਾ, ਉਹ ਸਕਸੈਸਫੁਲ ਮਾਡਲ ਸੀਗਾ ਆਪਣੇ ਕੋਲ। ਠੀਕ ਹੈ ਜੀ, ਦੋ ਨੇ ਪਰਮਾਣੂ, ਕੰਪਲੀਟ ਪਰਮਾਣੂ ਦੀ ਖੋਜ ਜੋਹਨ ਡਾਲਟਨ, ਪਰਮਾਣੂ ਦੀ ਸੰਰਚਨਾ ਦੀ ਖੋਜ ਰਦਰਫੋਰਡ ਅਤੇ ਬੋਹਰਸ ਨੇ ਕੀਤੀ ਸੀਗੀ। ਪਰਮਾਣੂ ਕਿਸ ਤੋਂ ਮਿਲ ਕੇ ਬਣਦਾ ਹੈ, ਪਰਮਾਣੂ ਮੈਂ ਤੁਹਾਨੂੰ ਦੱਸਿਆ ਤਿੰਨਾਂ ਤੋਂ ਮਿਲ ਕੇ ਬਣਦਾ ਹੈ, ਪ੍ਰੋਟੋਨ, ਨਿਊਟਰੋਨ ਅਤੇ ਇਲੈਕਟ੍ਰੋਨ। ਸੈਂਟਰ ਦੇ ਵਿੱਚ ਪ੍ਰੋਟੋਨ ਅਤੇ ਨਿਊਟਰੋਨ, ਆਲੇ ਦੁਆਲੇ ਘੁੰਮ ਕੀ ਰਹੇ ਨੇ ਜੀ, ਆਲੇ ਦੁਆਲੇ ਕੀ ਘੁੰਮ ਰਹੇ ਨੇ, ਆਪਣੇ ਕੋਲ ਇਲੈਕਟ੍ਰੋਨਸ ਘੁੰਮ ਰਹੇ ਨੇ। ਕਲੀਅਰ ਹੈ ਜੀ, ਤਾਂ ਤਿੰਨਾਂ ਤੋਂ ਮਿਲ ਕੇ ਕੀ ਬਣਦਾ ਜੀ, ਆਪਣੇ ਕੋਲ ਇੱਕ ਪਰਮਾਣੂ ਬਣਦਾ ਹੈ। ਪਰਮਾਣੂ ਦੇ ਨਾਭਿਕ ਵਿੱਚ ਕੀ ਹੁੰਦਾ ਹੈ, ਨਾਭਿਕ ਕੀ ਹੁੰਦਾ ਜੀ, ਕੇਂਦਰ, ਸੈਂਟਰ ਪੁਆਇੰਟ। ਪਰਮਾਣੂ ਦੇ ਨਾਭਿਕ ਵਿੱਚ ਆਪਣੇ ਕੋਲ ਪ੍ਰੋਟੋਨ ਅਤੇ ਨਿਊਟਰੋਨ ਹੁੰਦਾ। ਪ੍ਰੋਟੋਨ ਅਤੇ ਨਿਊਟਰੋਨ ਆਪਣੇ ਪਰਮਾਣੂ ਦੇ ਨਾਭਿਕ ਵਿੱਚ ਹੁੰਦਾ ਹੈ। ਪ੍ਰੋਟੋਨ 'ਤੇ ਕਿੰਨਾ ਚਾਰਜ ਹੁੰਦਾ ਹੈ, ਪ੍ਰੋਟੋਨ 'ਤੇ ਚਾਰਜ ਆਪਣਾ 6 × 10⁻⁻19 ਪ੍ਰੋਟੋਨ ਦੇ ਚਾਰਜ ਹੁੰਦਾ ਹੈ। ਠੀਕ ਹੈ ਜੀ, ਯਾਦ ਰੱਖਿਓ ਕਿੰਨਾ ਜੀ, 6 × 10⁻⁻19 ਇਹਦਾ ਪ੍ਰੋਟੋਨ ਦੇ ਚਾਰਜ ਹੁੰਦਾ ਹੈ। ਇਲੈਕਟ੍ਰੋਨ 'ਤੇ ਕਿੰਨਾ ਚਾਰਜ ਹੁੰਦਾ, ਇਲੈਕਟ੍ਰੋਨ 'ਤੇ ਚਾਰਜ ਹੁੰਦਾ -6 × 10⁻19 ਮਾਈਨਸ। ਠੀਕ ਹੈ ਜੀ, -6, ਗਲਤ ਲਿਖਿਆ ਮੇਰੇ ਖਿਆਲ 'ਚ, ਹਾਂਜੀ ਐਗਜੈਕਟ ਕਿੰਨਾ ਹੁੰਦਾ ਜੀ, 1.6 ਹੁੰਦਾ। ਇਹ ਗਲਤ ਲਿਖੇ ਨੇ ਦੋਨੋਂ ਜੀ। ਠੀਕ ਹੈ ਜੀ, ਪ੍ਰੋਟੋਨ ਦੇ ਚਾਰਜ ਕਿੰਨਾ ਹੁੰਦਾ ਜੀ, 1.6 × 10⁻⁻19। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਇਲੈਕਟ੍ਰੋਨ 'ਤੇ ਚਾਰਜ ਹੁੰਦਾ ਜੀ ਉਹ ਹੁੰਦਾ -1.6 × 10⁻⁻19। ਸੇਮ ਹੁੰਦਾ ਇਲੈਕਟ੍ਰੋਨ 'ਤੇ ਤੁਹਾਨੂੰ ਪਤਾ ਜੀ ਮਾਈਨਸ ਚਾਰਜ ਹੁੰਦਾ, ਤੇ ਇਹਦੇ ਅੱਗੇ ਮਾਈਨਸ ਲਾ ਦਿਓ। ਪ੍ਰੋਟੋਨ ਦੇ ਪੋਜ਼ੀਟਿਵ ਚਾਰਜ ਦੇ ਇਹਦੇ ਅੱਗੇ ਕੀ ਲਾ ਦਿਓ ਜੀ, ਪੋਜ਼ੀਟਿਵ। ਇਹ ਦੋਨਾਂ ਦੇ ਕੀ ਹੁੰਦਾ ਜੀ, ਇਹ ਦੋਨਾਂ ਦੇ ਚਾਰਜ ਹੁੰਦਾ ਹੈ। ਠੀਕ ਹੈ ਜੀ, ਆਵੇਸ਼ ਹੁੰਦਾ ਹੈ, ਹਿੰਦੀ ਦੇ ਵਿੱਚ ਚਾਰਜ ਨੂੰ ਕੀ ਕਹਿੰਦੇ ਨੇ, ਆਵੇਸ਼ ਕਹਿੰਦੇ ਨੇ। ਨਿਊਟਰੋਨ 'ਤੇ ਕਿੰਨਾ ਚਾਰਜ ਹੁੰਦਾ, ਨਿਊਟਰੋਨ 'ਤੇ ਕੋਈ ਵੀ ਚਾਰਜ ਨਹੀਂ ਹੁੰਦਾ, ਨਿਊਟਰੋਨ 'ਤੇ 0 ਚਾਰਜ ਹੁੰਦਾ ਹੈ। ਕਲੀਅਰ ਹੈ ਜੀ।
प्रोटॉन का किन्ना वजन होंदा है? प्रोटॉन का वजन है जिहड़ा वो 1.672 गुणा 10 की पावर -27 kg होंदा है। ठीक है जी, 1 पॉइंट ये नहीं हैगा जी, माइनस ना समझो इन्हों। ठीक है जी, 1.672 गुणा 10 की पावर -27 kg वजन होंदा प्रोटॉन का। तो न्यूट्रॉन का वजन भी आप कह सकते हैं भी 1.672 गुणा 10 की पावर -27 kg होंदा। एग्जैक्ट देखा जाए तो इत्थे कितना होंदा जी 75 होंदा। ठीक है जी, एग्जैक्ट देखा जाए 1.675 गुणा 10 की पावर -27 kg न्यूट्रॉन ते वजन होंदा। तो जो इलैक्ट्रॉन है, इलैक्ट्रॉन ते वजन कितना होंदा? इलैक्ट्रॉन ते वजन होंदा अपना 9.108 गुणा 10 की पावर -31। ठीक है जी, -31 kg वजन किस च होंदा जी? ये होंदा जी इलैक्ट्रॉन ते वजन होंदा अपना। क्लीयर है जी। तो यही तुहानूं इन्हां दे वजन, इन्हां दे चार्ज जरूर याद होना चाहिए जी। ठीक है जी, उस तो बाद चलते हैं अगले क्वेश्चन दे आपां जी। प्रोटॉन की खोज किसने की थी? प्रोटॉन की खोज अपनी गोल्डस्टीन ने प्रोटॉन की खोज की थी। याद रखियो, प्रोटॉन की खोज किसने की थी? गोल्डस्टीन ने प्रोटॉन की खोज की थी। न्यूट्रॉन की खोज किसने की थी? न्यूट्रॉन की खोज चैंडविक ने की थी। ठीक है जी, न्यूट्रॉन की खोज किसने की थी? चैंडविक ने न्यूट्रॉन की खोज की थी। इलैक्ट्रॉन की खोज किसने की थी? इलैक्ट्रॉन की खोज जे थॉमसन ने इलैक्ट्रॉन की खोज की थी। ठीक है जी, याद रखिए 3 खोजा मोस्ट इंपोर्टेंट ने। ठीक है जी, इंपोर्टेंट ने ये 3 खोजा। प्रोटॉन की खोज गोल्डस्टीन, न्यूट्रॉन की खोज चैंडविक, तो इलैक्ट्रॉन की खोज जे थॉमसन ने की थी। ताप ਵਧਣ ਨਾਲ ਚਾਲਕਤਾ ਤੇ ਕੀ असर ਪੈਂਦਾ है? ताप ਵਧਣ ਨਾਲ ਚਾਲਕਤਾ ਕੀ ਹੁੰਦਾ? कंडक्शन। ठीक है जी, जो ताप वाधा होंदा है तो कंडक्शन भी आटोमैटिकली वधदी जाती है। ठीक है जी, ताप ਵਧਣ ਨਾਲ ਚਾਲਕਤਾ ਤੇ ਕੀ असर पैंदा ਹੁੰਦਾ है? चालकता आटोमैटिकली वधदी जाती है। ताप ਵਧਣ ਤੇ अर्धचालका ਤੇ ਕੀ असर पैंदा है? अर्धचालका ਹੁੰਦਾ जी सैमी कंडक्टर। ठीक है, सैमी कंडक्टर जिन्हों आप की कह सकते हैं जी, ये घट जाती है जी, घट जाती है। ठीक है जी, ताप ਵਧਣ ਦੇ ਨਾਲ अर्धचालकता जी घट जाती है। परमाणु बंब किहड़े सिद्धांत ते काम करता है? परमाणु बंब जिहड़ा परमाणु बंब है वो विखंडन ते काम करता है। विखंडन सिद्धांत होंदा न्यूक्लीयर विखंडन इंग्लिश दे विच की कहंदे? फिजन कहंदे ने। याद रखियो जी, फिजन। ठीक है जी, फिजन जिहड़ा परमाणु बंब है वह न्यूक्लीयर फिजन ते काम करता है, न्यूक्लीयर विखंडन ते काम करता है, जिसनों आप हिंदी दे विच नाभिकीय विखंडन कहते हैं। नाभिकीय विखंडन कहने हैं। ठीक है जी, इंग्लिश दे विच न्यूक्लीयर फिजन कहने आप। ठीक है जी, सूरज की रोशनी धरती उपर किहड़ी विधि राहीं पहुँचती है? जिहड़ी सूरज की रोशनी है धरती के उत्ते, याद रखियो ये हमेशा नाभिकीय सलन विधि राहीं पहुँचती है। किहड़ी विधि जी? नाभिकीय सलन विधि राहीं। नाभिकीय सलन नहीं। हुण नाभिकीय सलन की होंदा? नाभिकीय सलन होंदा न्यूक्लीयर फ्यूजन, FUSSION फ्यूजन। ठीक है जी, FU इत्थे लिख देना जी, FUSSION फ्यूजन। ठीक है, इनू कहते नाभिकीय सलन कहने आपां। हाइड्रोजन बंब किहड़े सिद्धांत ते काम करता है? हाइड्रोजन बंब भी नाभिकीय सलन ते काम करता है। नाभिकीय सलन ते ही काम करता है, न्यूक्लीयर फ्यूजन ते ही काम करता है। ठीक है जी, हाइड्रोजन बंब। ब्रह्मंड की पढ़ाई नूं की कहते हैं? ब्रह्मंड की पढ़ाई नूं कोसमोलॉजी कहते हैं। ब्रह्मंड की पढ़ाई नूं की कहते हैं? कोसमोलॉजी ब्रह्मंड की पढ़ाई नूं कहते हैं। क्लीयर है जी। उस बाद नाभिकीय रिएक्टरां विच मद्दक के रूप में की वरत्या जाता है? मद्दक की होंदा जी? अग बालन वास्ते। ठीक है जी, अग बालन वास्ते नाभिकीय रिएक्टरां विच मद्दक के रूप में की वरत्या जाता है? एज ए फ्यूल कह सकते तुसीं, एज ए फ्यूल की वरत्या जाता है जी? यूरेनियम 235 ते भारा पानी, यूरेनियम 235 ते भारा पानी, U235 ते होर की वरत्या जाता है जी? D2O काहदा सूत्र होंदा जी? भारे पानी का सूत्र होंदा ड्यूटेरियम कहते हैं जिन्होंने आपां, जिन्होंने की कहते हैं आपां? ड्यूटेरियम कहते हैं, भारा पानी कहते हैं आपां। क्लीयर है जी। भविख का ईंधन है जिहड़ा फ्यूल है जिहड़ा भविख का, किस नूं कहा जाता है? भविख का ईंधन है जिहड़ा वो हाइड्रोजन नूं मन्निया जाता है। ठीक है जी, हाइड्रोजन नूं जिहड़ा भविख का ईंधन कहा जाता है। याद रखियो, ये मोस्ट इंपोर्टेंट क्वेश्चन है जी। ठीक है जी, हाइड्रोजन भविख का की कहा जाता है जी? ईंधन कहा जाता है। U235/143 विच प्रोटोनां की संख्या कितनी है? इंपोर्टेंट क्वेश्चन। U235/143 विच प्रोटोनां की संख्या कितनी है? तो जदों भी प्रोटोन कड्ढने होणगे तो आपां की करो 235 दे विचों 143 कढा दो।
235 ਦੇ ਵਿੱਚ 143 ਘਟਾ ਦਿਓ ਜਾਂ ਘਟਾ ਕੇ ਜਿੰਨੇ ਵੀ ਆ ਗਏ ਉਹ ਕੀ ਹੁੰਦੇ ਨੇ ਆਪਣੇ ਕੋਲ, ਉਹ ਪ੍ਰੋਟੋਨ ਹੁੰਦੇ ਹਨ। ਕਲੀਅਰ ਹੈ ਜੀ, ਉਹ ਕੀ ਹੁੰਦੇ ਨੇ ਜੀ, ਪ੍ਰੋਟੋਨ ਹੁੰਦੇ ਹਨ। ਸਾਰਿਆਂ ਨੂੰ ਯਾਦ ਹੋ ਗਿਆ ਹੋਣਾ ਜੀ। ਜਦੋਂ ਵੀ ਪ੍ਰੋਟੋਨ ਕੱਢਣੇ ਨੇ ਆਪਾਂ ਤਾਂ ਪ੍ਰੋਟੋਨ ਕੱਢਣ ਵਾਸਤੇ ਕੀ ਕਰ ਦੇਣਾ ਆਪਾਂ ਨੇ ਜੀ, ਉੱਤੇ ਵਾਲੇ ਤੋਂ ਨੀਚੇ ਵਾਲਾ ਘਟਾ ਦਿਓ। ਠੀਕ ਹੈ ਜੀ, ਜਦੋਂ ਉੱਤੇ ਵਾਲੇ ਤੋਂ ਨੀਚੇ ਵਾਲਾ ਘਟਾ ਕੇ ਜਿਹੜੀ ਚੀਜ਼ ਬਚ ਗਈ ਉਹ ਕੀ ਹੋ ਜਾਂਦਾ ਜੀ, ਪ੍ਰੋਟੋਨ ਹੋ ਜਾਂਦੇ ਨੇ ਆਪਣੇ ਕੋਲ। ਰਿਐਕਟਰਾਂ ਵਿੱਚ ਜਿਹੜੀਆਂ ਛੜਾਂ ਵਰਤੀਆਂ ਜਾਂਦੀਆਂ ਹਨ ਉਹ ਕਿਸ ਚੀਜ਼ ਦੀਆਂ ਬਣੀਆਂ ਹੁੰਦੀਆਂ ਹਨ। ਰਿਐਕਟਰਾਂ ਕੀ ਹੁੰਦਾ, ਭੱਠੀਆਂ। ਠੀਕ ਹੈ ਜੀ, ਜਿਹੜੀ ਭੱਠੀਆਂ ਵਿੱਚ ਜਿਹੜੀਆਂ ਛੜਾਂ ਵਰਤੀਆਂ ਜਾਂਦੀਆਂ ਹਨ ਉਹ ਕੈਡਮੀਅਮ ਅਤੇ ਬੋਰਾਨ ਦੀਆਂ ਹੁੰਦੀਆਂ ਹਨ। ਠੀਕ ਹੈ ਜੀ, ਕੈਡਮੀਅਮ ਅਤੇ ਬੋਰਾਨ ਦੀਆਂ ਛੜਾਂ ਹੁੰਦੀਆਂ ਹਨ। ਯਾਦ ਰੱਖਿਓ, ਕੈਡਮੀਅਮ ਅਤੇ ਬੋਰਾਨ ਦੀਆਂ ਛੜਾਂ ਹੁੰਦੀਆਂ ਹਨ। ਧਰਤੀ ਦਾ ਸਭ ਤੋਂ ਨੇੜਲਾ ਭਾਗ ਕਿਹੜਾ ਹੈ। ਧਰਤੀ ਦਾ ਸਭ ਤੋਂ ਨੇੜਲਾ ਭਾਗ ਪ੍ਰੈਕਜੀਮਾ ਸੈਂਟਰੀ ਹੈ। ਪ੍ਰੈਕਜੀਮਾ ਸੈਂਟਰੀ। ਠੀਕ ਹੈ ਜੀ, ਪ੍ਰੈਕਜੀਮਾ ਸੈਂਟਰੀ ਧਰਤੀ ਦਾ ਸਭ ਤੋਂ ਨੇੜਲਾ ਭਾਗ ਹੈ ਜੀ। ਕਲੀਅਰ ਹੈ ਜੀ। ਉਸ ਤੋਂ ਬਾਅਦ ਸਭ ਤੋਂ ਚਮਕੀਲੇ ਤਾਰਿਆਂ ਦਾ ਸਮੂਹ ਕਿਹੜਾ ਹੈ। ਸਭ ਤੋਂ ਚਮਕੀਲੇ ਤਾਰਿਆਂ ਦਾ ਸਮੂਹ ਹੈ ਜਿਹੜਾ ਉਹ ਆਰੀਅਨ ਨੈਬੂਲਾ ਹੈ। ਆਰੀਅਨ ਨੈਬੂਲਾ ਜਿਹੜਾ ਉਹ ਕੀ ਹੈ ਜੀ, ਸਭ ਤੋਂ ਚਮਕੀਲੇ ਤਾਰਿਆਂ ਦਾ ਸਮੂਹ ਹੈ ਆਪਣਾ। ਠੀਕ ਹੈ ਜੀ, ਅਤੇ ਸਭ ਤੋਂ ਚਮਕੀਲਾ ਤਾਰਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਹੋਇਆ ਜੀ, ਸੀਰੀਅਸ ਤਾਰਾ ਜਿਹੜਾ ਸਭ ਤੋਂ ਚਮਕੀਲਾ ਤਾਰਾ ਹੈ। ਓਕੇ ਜੀ, ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੇ ਟੋਪਿਕ ਦੇ ਉੱਤੇ। ਉਮੀਦ ਹੈ ਤੁਹਾਨੂੰ ਇਹ ਸਾਰਾ ਪਰਮਾਣੂ ਸਮਝ ਆ ਗਿਆ ਹੋਣਾ ਜੀ। ਠੀਕ ਹੈ ਜੀ, ਸੋ ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ।